ਸੋ ਆਓ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ ਜਿਹੜਾ ਸਾਡੇ ਨਾਲ ਬੋਲਦਾ ਹੈ ਤੇ ਗੱਲਾਂ ਕਰਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਉਹਦੀਆਂ ਗੱਲਾਂ ਸੁਣੀਏ, ਮੇਰੀ ਤਰਫੋਂ, ਮੇਰੇ ਬੱਚਿਆਂ ਦੀ ਤਰਫੋਂ ਤੇ ਨੀਦਰਲੈਂਡ ਦੀ ਕਲੀਸਿਆ ਦੀ ਤਰਫੋਂ ਤੁਹਾਨੂੰ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਪਹੁੰਚੇ। ਤੇ ਜਿਸ ਵੇਲੇ ਅਸੀਂ ਖੁਦਾ ਦੀ ਆਵਾਜ਼ ਨੂੰ ਸੁਣਨੇ ਆ ਤੇ ਫਿਰ ਜ਼ਰੂਰ ਇਹ ਵੀ ਇਸ ਚੈਨਲ ਨੂੰ, ਖੁਦਾ ਦੀ ਆਵਾਜ਼ ਜਿਹੜਾ ਚੈਨਲ ਹੈ, ਇਹਨੂੰ ਸ਼ੇਅਰ ਵੀ ਕਰੀਏ, ਇਹਨੂੰ ਲਾਈਕ ਵੀ ਕਰੀਏ, ਬੈਲ ਦਾ ਬਟਨ ਵੀ ਦਬਾਈਏ ਤਾਂ ਕਿ ਖੁਦਾਵੰਦ ਦਾ ਕਲਾਮ ਜਿਹੜਾ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਹੈ ਸਾਡੇ ਤੱਕ ਪਹੁੰਚਦਾ ਰਹੇ। ਤੇ ਇਹਨੂੰ ਸੁਣਨ ਵਾਲਿਆਂ ਦੇ ਬਾਰੇ ਬਾਈਬਲ 'ਚੋਂ ਪਤਾ ਚੱਲਦਾ ਹੈ, ਕਿਉਂਕਿ ਯੂਹੰਨਾ ਦੇ 3 ਖੱਤ ਨੇ। ਪਹਿਲਾ ਖੱਤ ਪਹਿਲਾ ਬਾਬ ਪਹਿਲੀ ਹੀ ਐਤ ਤੋਂ ਪੜ੍ਹਨਾ ਸ਼ੁਰੂ ਕਰੀਏ ਤੇ ਲਿਖਿਆ ਮਿਲਦਾ ਹੈ ਕਿ ਉਸ ਜ਼ਿੰਦਗੀ ਦੇ ਕਲਾਮ ਦੀ ਬਾਬਤ ਜਿਸ ਨੂੰ ਕਹਿੰਦਾ ਮੈਂ ਸੁਣਿਆ ਤੇ ਵੇਖਿਆ ਤੇ ਗੌਰ ਨਾਲ ਵੇਖਿਆ, ਹੱਥਾਂ ਨਾਲ ਛੁਇਆ, ਕਹਿੰਦਾ ਮੈਂ ਜ਼ਿੰਦਾ ਹੋ ਗਿਆ। ਸੋ ਭਰਾਓ, ਇਹ ਜ਼ਿੰਦਗੀ ਦਾ ਕਲਾਮ ਨਹੀਂ, ਇਹਦੇ ਵਿੱਚ ਜ਼ਿੰਦਗੀ ਹੈ। ਖੁਦਾਵੰਦ ਯਿਸੂ ਮਸੀਹ ਨੇ ਆਖਿਆ ਜ਼ਿੰਦਗੀ ਦੀ ਰੋਟੀ ਮੈਂ, ਜ਼ਿੰਦਗੀ ਦਾ ਪਾਣੀ ਮੈਂ। ਰਸੂਲਾਂ ਦੇ ਈਮਾਲ 5 ਬਾਬ 17 ਐਤ ਨੂੰ ਪੜ੍ਹੀਏ ਤੇ ਬਾਈਬਲ 'ਚ ਲਿਖਿਆ ਮਿਲਦਾ ਹੈ, ਸਦੂਕੀਆਂ ਦੇ ਫਿਰਕੇ ਦੇ ਸਰਦਾਰ ਸੀ। ਰਸੂਲਾਂ ਦੇ ਈਮਾਲ 5 ਬਾਬ 17 ਐਤ ਤੋਂ ਪੜ੍ਹੀਏ, ਸਦੂਕੀਆਂ ਦੇ ਫਿਰਕੇ ਤੇ ਸਰਦਾਰ ਸੀ ਜਿਨ੍ਹਾਂ ਹਸਦ ਦੇ ਵਿੱਚ ਆ ਕੇ ਰਸੂਲਾਂ ਨੂੰ ਫੜ ਲਿਆ ਤੇ ਫਿਰ ਆਮ ਹਵਾਲਾਤ ਦੇ ਵਿੱਚ ਬੰਦ ਕਰ ਦਿੱਤਾ ਹੈ। ਖੁਦਾਵੰਦ ਦੇ ਫਰਿਸ਼ਤੇ ਨੇ ਆਣ ਕੇ ਛਡਾਇਆ ਹੈ ਉਹਨਾਂ ਨੂੰ ਤੇ ਦੱਸਿਆ ਤੁਹਾਡੇ ਕੋਲ ਜ਼ਿੰਦਗੀ ਦੀਆਂ ਗੱਲਾਂ ਨੇ, ਇਸ ਕਰਕੇ ਮੈਂ ਤੁਹਾਨੂੰ ਛਡਾਇਆ ਹੈ। ਤੇ ਉਹ ਸੁਬਾਹ ਹੁੰਦਿਆਂ ਹੀ ਫਿਰ ਹੈਕਲ 'ਚ ਚਲੇ ਗਏ ਨੇ ਤੇ ਉਹਨਾਂ ਨੇ ਗੱਲਾਂ ਸੁਣਾਈਆਂ। ਜ਼ਰੂਰ ਇਹਨਾਂ ਗੱਲਾਂ ਦੇ ਮਗਰ ਧਮਕੀਆਂ ਲੱਗਦੀਆਂ ਨੇ। ਰਸੂਲਾਂ ਦੇ ਈਮਾਲ 4 ਬਾਬ 29 ਐਤ ਨੂੰ ਪੜ੍ਹੀਏ ਤੇ ਰਸੂਲ ਦੱਸਦੇ ਆ ਕਿ ਇੱਕ ਜਗ੍ਹਾ ਘਰ ਦੇ ਵਿੱਚ ਜਮ੍ਹਾਂ ਹੋ ਗਏ ਤੇ ਹੁਣ ਖੁਦਾਵੰਦ ਦੇ ਅੱਗੇ ਦਰਖਾਸਤ ਕਰਨ ਡਏ ਆ ਕਿ ਖੁਦਾਵੰਦ ਇਹਨਾਂ ਦੀਆਂ ਧਮਕੀਆਂ ਨੂੰ ਵੇਖ, ਪਰ ਆਪਣੇ ਲੋਕਾਂ ਨੂੰ ਤੌਫੀਕ ਦੇ ਕਿ ਤੇਰਾ ਕਲਾਮ ਅਸੀਂ ਕਮਾਲ ਦਲੇਰੀ ਦੇ ਨਾਲ ਸੁਣਾਈਏ। ਉਸ ਕਲਾਮ ਨੂੰ ਸੁਣਾਉਣ ਵਾਸਤੇ ਖੁਦਾ ਕੋ ਬਰਕਤ ਮੰਗਣ ਡਏ ਆ। ਇਹਨਾਂ ਦੀਆਂ ਧਮਕੀਆਂ ਨੂੰ ਵੇਖ, ਪਰ ਆਪਣੇ ਲੋਕਾਂ ਨੂੰ ਤੌਫੀਕ ਦੇ ਕਿ ਤੇਰਾ ਕਲਾਮ ਅਸੀਂ ਕਮਾਲ ਦਲੇਰੀ ਦੇ ਨਾਲ ਸੁਣਾਈਏ। ਤੇ ਤੇਰੇ ਪਾਕ ਖਾਦਮ ਯਸੂ ਦੇ ਨਾਂ ਤੋਂ, ਉਹਦਾ ਹੱਥ ਸ਼ਫਾ ਦੇ ਨਹੀਂ ਵਧੇ, ਉਹਦੇ ਨਾਂ ਤੋਂ ਅਜੀਬ ਕੰਮ ਤੇ ਮੋਜ਼ੇ ਜ਼ਹੂਰ ਦੇ ਵਿੱਚ ਆਉਣ। ਤੇ ਫਿਰ ਜਿਸ ਘਰ ਦੇ ਵਿੱਚ ਉਹ ਬੈਠੇ ਸੀ ਉਹ ਘਰ ਹਿੱਲ ਗਿਆ ਤੇ ਉਹ ਕਮਾਲ ਦਲੇਰੀ ਦੇ ਨਾਲ ਫਿਰ ਖੁਦਾ ਦਾ ਕਲਾਮ ਸੁਣਾਉਂਦੇ ਰਹੇ। ਸੋ ਭਲਿਓ, ਆਓ ਕਲਾਮ ਸੁਣਾਈਏ। ਆਪਣੇ ਬੱਚਿਆਂ ਤੋਂ ਸ਼ੁਰੂ ਕਰੀਏ, ਕਿਉਂਕਿ ਲਿਖਿਆ ਸੁਣ ਐ ਇਸਰਾਈਲ, ਤੇਰਾ ਰੱਬ ਇੱਕੋ ਹੀ ਹੋ। ਇਸਤਿਸ਼ਨਾ 6 ਬਾਬ 4 ਐਤ ਤੋਂ ਪੜ੍ਹ ਲਓ। ਸੁਣ ਐ ਇਸਰਾਈਲ, ਤੇਰਾ ਰੱਬ ਇੱਕੋ ਹੀ ਹੋ, ਆਪਣੇ ਰੱਬ ਨੂੰ ਪੂਰੇ ਦਿਲੋਂ ਜਾਨ ਤਾਕਤ ਨਾਲ ਪਿਆਰ ਕਰੀ ਤੇ ਉਹ ਗੱਲਾਂ ਜਿਹੜੀਆਂ ਤੂੰ ਵੇਖ ਲਵੇਂ। ਭਰਾਓ, ਖੁਦਾ ਦੀ ਮਰਜ਼ੀ ਹੈ ਜੋ ਕੁਝ ਅਸੀਂ ਵੇਖ ਲਈਏ ਸਾਡੇ ਦਿਲ ਤੇ ਨਕਸ਼ ਹੋ ਜਾਣ, ਉਹਨੂੰ ਭੁੱਲ ਨਾ ਜਾਈਏ। ਜੋ ਗੱਲਾਂ ਅਸੀਂ ਵੇਖ ਲਈਏ ਉਹ ਸਾਡੇ ਦਿਲ ਤੇ ਲਿਖੀਆਂ ਜਾਣ ਤੇ ਔਲਾਦ ਦੇ, ਬਾਈਬਲ 'ਚ ਲਿਖਿਆ, ਔਲਾਦ ਦੇ ਜ਼ਿਹਨ ਨਸ਼ੀਨ ਕਰਵਾਵੀਂ। ਘਰ ਬੈਠਿਆਂ, ਰਾਹ ਚੱਲਦਿਆਂ, ਲੇਟਦਿਆਂ, ਉੱਠਦੇ ਵੇਲੇ ਫਿਰ ਇਹਨਾਂ ਗੱਲਾਂ ਦਾ ਜ਼ਿਕਰ ਕਰੀ ਜਿਹੜੀਆਂ ਵੇਖ ਲਈਆਂ ਨੇ। ਅਮਸਾਲ ਦੀ ਕਿਤਾਬ 22 ਬਾਬ 6 ਐਤ ਨੂੰ ਪੜ੍ਹੀਏ ਤੇ ਲਿਖਿਆ ਹੈ ਕਿ ਲੜਕੇ ਨੂੰ ਉਸ ਰਾਹ 'ਤੇ ਤਰਬੀਅਤ ਕਰ,
ਲੜਕੇ ਨੂੰ ਉਸ ਰਾਹ 'ਤੇ ਤਰਬੀਅਤ ਕਰ ਜਿਸ 'ਤੇ ਇਸ ਨੇ ਜਾਣਾ ਹੈ। ਫਿਰ ਇਹ ਬੁੱਢਾ ਵੀ ਹੋ ਜਾਵੇਗਾ, ਇਹ ਬੁੱਢਾ ਵੀ ਹੋ ਜਾਵੇਗਾ ਤੇ ਉਸ ਰਾਹ ਤੋਂ ਨਹੀਂ ਪਰਤੇਗਾ ਜੇ ਤੂੰ ਤਰਬੀਅਤ ਕਰ ਦਿੱਤੀ ਤੇ, ਜੇ ਕਲਾਮ ਨੂੰ ਬੋਲਿਆ ਤੇ, ਜੇ ਤੂੰ ਆਪਣੇ ਮੂੰਹ ਨੂੰ ਖੋਲ ਦਿੱਤਾ ਤੇ, ਕਿਉਂਕਿ ਇਬਲੀਸ ਸਾਡਾ ਮੂੰਹ ਨਹੀਂ ਖੁੱਲਣ ਦਿੰਦਾ। ਹੋਰ ਬੜੇ ਦਾਅ ਪੇਚ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ। ਜਿੱਦਾਂ ਆਪ ਲਟੇਰੇ ਹੁੰਦੇ ਆ, ਉਸੇ ਤਰ੍ਹਾਂ ਕੋਸ਼ਿਸ਼ ਕਰਨੀ ਕਿ ਸਾਡੇ ਬੱਚੇ ਵੀ ਲਟੇਰੇ ਬਣਨ। ਜ਼ਰੂਰ ਲਟੇਰੇ ਬਣੀਏ, ਲੇਕਿਨ ਖੁਦਾ ਦੇ ਬੰਦਾ ਦਾਊਦ ਦੀ ਤਰ੍ਹਾਂ ਲਟੇਰੇ ਬਣੀਏ। ਕਿਉਂਕਿ ਜ਼ਬੂਰ 119 ਉਹਦੀ 162 ਐਤ ਦੇ ਵਿੱਚ ਖੁਦਾ ਦਾ ਬੰਦਾ ਦਾਊਦ ਕਹਿੰਦਾ, ਮੈਂ ਬੜੀ ਲੁੱਟ ਪਾਉਣ ਵਾਲਿਆਂ ਦੀ ਮੰਨਦੇ, ਕਿਉਂਕਿ ਮੈਂ ਤੇਰੇ ਕਲਾਮ ਤੋਂ ਖੁਸ਼ ਹਾਂ, ਤੇਰੇ ਕਲਾਮ ਤੋਂ। ਲਟੇਰੇ ਬਣੀਏ ਪਰ ਕਲਾਮ ਨੂੰ ਲੁੱਟੀਏ, ਕਲਾਮ ਨੂੰ ਲੁਟਾਈਏ। ਕਲਾਮ ਨੂੰ ਲੁੱਟਾਂਗੇ, ਕਲਾਮ ਨੂੰ ਲਟਾਵਾਂਗੇ। ਤੇ ਪਹਿਲਾ ਕਰੰਥੀਓ ਪਹਿਲਾ ਬਾਬ ਜਿਸ ਲਈ 4 ਐਤ ਤੋਂ ਪੜ੍ਹਦੇ ਹਾਂ ਤੇ ਲਿਖਿਆ ਮਿਲਦਾ ਏ, ਮੈਂ ਖੁਦਾ ਦੇ ਉਸ ਫਜ਼ਲ ਦੇ ਬਾਇਸ ਜਿਹੜਾ ਮਸੀਹ ਯਸੂ ਵਿੱਚ ਹੁੰਦਿਆਂ ਹੋਇਆਂ ਕਹਿੰਦਾ ਤੁਹਾਡੇ ਉੱਤੇ ਹੋ ਗਿਆ ਏ, ਆਪਣੇ ਰੱਬ ਦਾ ਸ਼ੁਕਰ ਕਰਨਾ ਵਾ ਕਿ ਤੁਸੀਂ ਉਸ ਦੇ ਵਿੱਚ ਹੋ ਕੇ, ਤੁਸੀਂ ਉਸ ਦੇ ਵਿੱਚ ਹੋ ਕੇ ਕਲਾਮ ਤੇ ਇਲਮ ਦੀ ਦੌਲਤ ਦੇ ਵਿੱਚ ਦੌਲਤਮੰਦ ਬਣ ਗਏ। ਤੇ ਉਹ ਦੌਲਤ ਕਿਸ ਤਰ੍ਹਾਂ ਨਜ਼ਰ ਆ ਰਹੀ ਏ? ਮਸੀਹ ਦੀ ਗਵਾਹੀ ਤੁਹਾਡੇ 'ਚ ਕਾਇਮ ਹੋਈ। ਇੱਥੋਂ ਤੱਕ ਕਿ ਤੁਸੀਂ ਕਿਸੇ ਨਿਯਮਤ ਦੇ ਵਿੱਚ ਘੱਟ ਨਹੀਂ ਗਏ। ਤੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਜ਼ਹੂਰ ਦੇ, ਉਹ ਜ਼ਹੂਰ ਦੇ ਸਾਰੇ ਹੀ ਮੁੰਤਜ਼ਰ ਆ, ਸਾਰੇ ਹੀ ਕਹੀ ਜਾਣਦੇ ਤੇਰੀ ਬਾਦਸ਼ਾਹੀ ਆਵੇ, ਤੇਰੀ ਬਾਦਸ਼ਾਹੀ ਆਵੇ, ਲੇਕਿਨ ਕਲਾਮ ਤੇ ਇਲਮ ਦੀ ਦੌਲਤ ਨੂੰ ਨਹੀਂ ਵੰਡਦੇ। ਇਬਲੀਸ ਕਹਿੰਦਾ ਮੂੰਹ ਬੰਦ ਕਰ ਲਾ। ਇਬਲੀਸ ਚਾਹੁੰਦਾ ਏ ਕਿ ਇਹਦੇ ਤੋਂ ਰੱਬ ਰਾਜ਼ੀ ਨਾ ਹੋਏ। ਹਾਲਾਂਕਿ ਅਮਸਾਲ 23 ਬਾਬ ਤੇ 16 'ਚ ਲਿਖਿਆ, ਜਦੋਂ ਤੇਰੇ ਮੂੰਹ ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਮੇਰਾ ਦਿਲ ਸ਼ਾਦਮਾਨ ਹੋ ਜੂ। ਇੱਕ ਤੇ ਫਾਇਦਾ ਔਲਾਦ ਦਾ ਹੋਣ ਡਿਆ, ਦੁਨੀਆ ਦਾ ਫਾਇਦਾ ਹੋਣ ਡਿਆ, ਰੱਬ ਵੀ ਰਾਜ਼ੀ ਹੁੰਦਾ। ਪੌਲੁਸ ਰਸੂਲ ਇਮਾਲ ਦੀ ਕਿਤਾਬ 20 ਬਾਬ ਤੇ 20 ਐਚ ਕਹਿੰਦਾ, ਜਿਹੜੀਆਂ ਗੱਲਾਂ ਤੁਹਾਡੇ ਫਾਇਦੇ ਦੀਆਂ ਸੀ, ਮੈਂ ਘਰ ਘਰ ਜਾ ਕੇ ਦੱਸੀਆਂ ਨੇ ਤੇ ਮੈਂ ਝਿਜਕਿਆ ਨਹੀਂ। ਸਾਨੂੰ ਝਿਜਕਾਂ ਮਹਿਸੂਸ ਹੋਣ ਡੀਆਂ। ਰਸੂਲ ਕਹਿੰਦਾ ਇਹ ਕਲਾਮ ਤੇ ਇਲਮ ਦੀ ਦੌਲਤ ਨੂੰ, ਉਹ ਜਿਹੜੀ ਤੁਸੀਂ ਆਪ ਲੁੱਟ ਲਈ, ਤੁਹਾਡੇ ਤੇ ਫਜ਼ਲ ਹੋਇਆ ਏ ਤੇ ਤੁਸੀਂ ਉਸ ਦੇ ਜ਼ਹੂਰ ਦੇ ਵੀ ਮੁੰਤਜ਼ਰ ਹੋ ਕਿ ਉਹ ਬਾਦਸ਼ਾਹ ਆ ਰਿਹਾ ਏ। ਤੇ ਜੇ ਇਸ ਦੌਲਤ ਨੂੰ ਲੋਕਾਂ ਤੱਕ ਨਾ ਵੰਡਿਆ ਤੇ ਫਿਰ ਕੀ ਬਣੇਗਾ? ਕਿਉਂਕਿ ਲਿਖਿਆ ਇਹੋ ਹੀ ਗਵਾਹੀ, ਇਹੋ ਹੀ ਕਲਾਮ ਜਿਹੜਾ ਸੁਣਾਇਆ, ਆਖਰ ਤੱਕ ਤੁਸੀਂ ਕਾਇਮ ਵੀ ਰਹੋਗੇ। ਤੇ ਉਸ ਦਿਨ ਜਿਸ ਦਿਨ ਆਵੇਗਾ ਬੇਇਲਜ਼ਾਮ ਠਹਿਰੋਗੇ, ਵਰਨਾ ਇਲਜ਼ਾਮ ਲੱਗੇਗਾ ਤੇ ਏਡਾ ਵੱਡਾ ਇਲਜ਼ਾਮ ਲੱਗੇਗਾ ਕਿ ਯਰਮੀਆਂ 23 ਬਾਪ ਉਹਦੀ 28 ਐਤ ਦੱਸਦੀ ਏ, ਜਿਸ ਨਬੀ ਕੋ ख्वाब ਉਹ ख्वाब ਦੱਸੇ, ਜਿਸ ਨਬੀ ਕੋ ख्वाब ਉਹ ख्वाब ਦੱਸੇ, ਤੇ ਜਿਹਦੇ ਕੋਲ ਮੇਰਾ ਕਲਾਮ ਹੈਗਾ ਏ। ਕਿਆ ਸਾਡੇ ਕੋਲ ਨਹੀਂ ਗਾ? ਸਾਡੇ ਕੋਲ ਹੈਗਾ ਏ। ਮੇਰੇ ਕਲਾਮ ਨੂੰ ਦਿਆਨਤਦਾਰੀ ਨਾਲ ਸੁਣਾਵੇ, ਇਹ ਤੇ ਉਹਨੇ ਸੁਣਾਉਣ ਲਈ ਦਿੱਤਾ ਏ। ਤੇ ਜੇਕਰ ਸੁਣਾਉਣ ਲਈ ਦਿੱਤਾ ਏ ਤੇ ਦੂਸਰਾ ਤਮੋਥੀਉਸ ਦਾ ਖਤ 2 ਬਾਬ ਤੇ ਉਹਦੀ ਪਹਿਲੀ ਐ 'ਚ ਲਿਖਿਆ, ਤੂੰ ਸਹੀ ਗੱਲਾਂ ਬਿਆਨ ਕਰ ਜਿਹੜੀਆਂ ਕਲਾਮ ਦੀਆਂ ਤੇ ਬਿਆਨ ਕਰੀਏ। ਲੂਕਾ ਦੀ ਅੰਜੀਲ ਪਹਿਲਾ ਬਾਬ ਪਹਿਲੀ ਐਤ ਨੂੰ ਪੜ੍ਹੀਏ ਤੇ ਲਿਖਿਆ, ਹੁਣ ਬਹੁਤ ਸਾਰੇ ਲੋਕਾਂ ਨੇ ਕਮਰ ਬੰਨ੍ਹ ਲਈਏ ਕਿ ਜਿਸ ਤਰ੍ਹਾਂ ਤਰਤੀਬਵਾਰ ਕਲਾਮ ਹੈਗਾ ਏ, ਉਸੇ ਤਰ੍ਹਾਂ ਤਰਤੀਬਵਾਰ ਬਿਆਨ ਕੀਤਾ ਜਾਵੇ। ਪੌਲੁਸ ਰਸੂਲ 2 ਕਰੰਥੀਓ
5 ਬਾਬ ਤੇ ਉਹਦੀ 20 ਐਚ ਕਹਿੰਦਾ ਮੈਂ ਮਸੀਹ ਦਾ ਏਲਚੀ ਹਾਂ। ਅਸੀਂ ਏਲਚੀ ਤੇ ਬਣਨੇ ਆ, ਪਰ ਅਸੀਂ ਬਹੁਤ ਸਾਰੀਆਂ ਝੂਠੀਆਂ ਤਨਜ਼ੀਮਾਂ ਦੇ, ਅੰਬੋਆਂ ਗੁਰੂਆਂ ਡਿਨਾਮੀਨੇਸ਼ਨਾਂ ਟੋਲਿਆਂ ਦੀ ਏਲਚੀ ਬਣਨੇ ਆ ਤੇ ਉਹਨਾਂ ਦੀ ਤਾਲੀਮ ਦਿੰਦੇ ਆ। ਉਹ ਬੱਚੇ ਦਾ ਬਪਤਿਸਮਾ ਮਸੀਹ ਦੀ ਤਾਲੀਮ 'ਚ ਕੋਈ ਨਹੀਂ ਭਰਾਓ। ਇਸੇ ਕਰਕੇ ਰਸੂਲ ਕਹਿੰਦਾ ਏ ਮੈਂ ਮਸੀਹ ਦਾ ਏਲਚੀ ਹਾਂ, ਤੇ ਦੂਸਰਾ ਕਰੰਥੀ 2:17 'ਚ ਕਹਿੰਦਾ ਏ ਸਾਡਾ ਸ਼ੁਮਾਰ ਉਹਨਾਂ ਬੰਦਿਆਂ ਦੇ ਵਿੱਚੋਂ ਨਿਗਾ ਜਿਹੜੇ ਬੰਦੇ ਖੁਦਾ ਦੇ ਕਲਾਮ 'ਚ ਅਮੇਜ਼ਿਸ਼ ਕਰਦੇ ਨੇ। ਕਹਿੰਦਾ ਅਸੀਂ ਦਿਲ ਦੀ ਸਫਾਈ ਨਾਲ ਖੁਦਾ ਦੀ ਤਰਫੋਂ ਤੇ ਖੁਦਾ ਨੂੰ ਹਾਜ਼ਰ ਜਾਣ ਕੇ ਮਸੀਹ 'ਚ ਬੋਲਨੇ। ਪਹਿਲੋਂ ਕਹਿੰਦਾ ਏ ਦਿਲ ਦੀ ਸਫਾਈ। ਸਾਡਾ ਦਿਲ ਸਫਾਈ ਦਿੰਦਾ ਕਿ ਤੂੰ ਕਲਾਮ ਕਰ ਰਿਹਾ ਤੇ ਠੀਕ ਕਰ ਰਿਹਾ। ਤੂੰ ਵੱਡਿਆਂ ਨੂੰ ਬਪਤਿਸਮਾ ਦਿੰਦਾ ਹੈ ਜਿਸ ਤਰ੍ਹਾਂ ਮਸੀਹ ਨੇ ਦਿੱਤੇ। ਯਹੋਨਾ 3:22 ਨੂੰ ਪੜ੍ਹ ਲਓ। ਯਹੋਨਾ 4:1 ਤੋਂ ਪੜ੍ਹ ਲਓ। ਉਹ ਯਿਸੂ ਆਪ ਹੀ ਨਹੀਂ ਬਲਕਿ ਉਹਦੇ ਸ਼ਾਗਿਰਦ ਵੀ ਬਪਤਿਸਮਾ ਦਿੰਦੇ ਸੀ। ਤੇ ਕਿੱਦਾਂ ਦਿੰਦੇ ਸੀ? ਜਿੱਥੇ ਪਾਣੀ ਬਹੁਤ ਸੀ ਤੇ ਲੋਕ ਆਣ ਕੇ ਲੈਂਦੇ ਸੀ। ਤੇ ਆਓ ਵੀਰ ਹੱਕ ਦੀ ਆਵਾਜ਼ ਨੂੰ ਬੋਲੀਏ। ਭਲਿਓ ਜ਼ਬੂਰ 6:5 'ਚ ਲਿਖਿਆ ਕਬਰਾਂ ਨੂੰ ਵੇਖ, ਤੂੰ ਇੱਕ ਦਿਨ ਇੱਥੇ ਆ ਜਾਣਾ ਤੇ ਫਿਰ ਸ਼ੁਕਰਗੁਜ਼ਾਰੀਆਂ ਕੋਈ ਨਹੀਂ ਹੋਣੀਆਂ। ਅਬਰਾਨੀਓ 9:27 ਦੱਸਦੀ ਏ ਬੰਦਾ ਜਦੋਂ ਇੱਕ ਵਾਰੀ ਮਰ ਜਾਏਗਾ ਤੇ ਉਸ ਤੋਂ ਬਾਅਦ ਅਦਾਲਤ ਹੋਏਗੀ। ਤੇ ਜ਼ਬੂਰ ਨੂੰ ਵੀ ਇਸ ਕਹਿੰਦਾ ਏ ਉਸ ਵੇਲੇ ਤੇ ਜ਼ਬਾਨ ਬੰਦ ਹੋ ਜਾਣੀ ਹੈ। ਜੀਂਦਿਆਂ ਖੁਦਾ ਦੇ ਨਾਂ ਦੀ ਇਹ ਜ਼ਬਾਨ ਤਦ ਕਰੇਗੀ ਤਾਰੀਫ ਬਿਆਨ, ਸ਼ੁਕਰਾਨੇ ਮੈਂ ਮਨਾਵਾਂਗਾ। ਤੇ ਬਜ਼ੁਰਗੀ ਉਸ ਦੀ ਅਸੀਂ ਵਕਤ ਤੇ ਗੁਜ਼ਾਰਨੇ ਆ, ਪਰ ਝੂਠੀਆਂ ਤਨਜ਼ੀਮਾਂ 'ਚ ਹੀ ਗੁਜ਼ਾਰ ਜਾਂਦੇ ਹਾਂ। ਹਾਲਾਂਕਿ ਇਫਸੀਓ 4:1 4:14 'ਚ ਲਿਖਿਆ ਏ ਅੱਗੇ ਤੋਂ ਬੱਚੇ ਨਾ ਰਿਓ ਆਦਮੀਆਂ ਦੀ ਬਾਜ਼ਗੀਰੀ ਤੇ ਮਕਾਰੀ ਦੇ ਸੋਭੋਂ ਤੇ ਉਹਨਾਂ ਦੇ ਗਮਰਾਹ ਕਰਨ ਵਾਲੇ। ਉਹ ਬਾਈਬਲ ਤਾਂ ਕਹਿੰਦੀ ਗਮਰਾਹ ਕਰਨ ਵਾਲੇ ਮਨਸੂਬੇ ਆ ਇਹਨਾਂ ਦੇ। ਤੇ ਹਰ ਇੱਕ ਤਾਲੀਮ ਇੱਕ ਬੰਨੇ ਬਾਈਬਲ ਦੀ ਤਾਲੀਮ ਹੈ ਜਿਹਦੇ ਵਿੱਚ ਬੱਚੇ ਦਾ ਬਪਤਿਸਮਾ ਕੋਈ ਨਹੀਂ। ਹਰ ਇੱਕ ਤਾਲੀਮ ਦੇ ਜੌਕੇ ਦੇ ਵਿੱਚ ਮੌਜਾਂ ਦੀ ਤਰ੍ਹਾਂ ਉਛਲਦੇ ਬਹਿੰਦੇ ਨਾ ਫਿਰਿਓ, ਬਲਕਿ ਮੁਹੱਬਤ ਦੇ ਨਾਲ ਉਹ ਜਿਹੜਾ ਸਾਰੇ ਉਹਦੇ ਨਾਲ ਪੁਸਤ ਹੋ ਜਾਈਏ ਤੇ ਫਿਰ ਅਸੀਂ ਖੁਦਾ 'ਚ ਵੱਧ ਸਕਦੇ ਹਾਂ। ਤੇ ਆਓ ਜੇ ਕੋਈ ਖੁਦਾ 'ਚ ਵਧਣਾ ਚਾਹੁੰਦਾ ਏ ਤੇ ਜ਼ਰੂਰ ਬਈ ਕਲਾਮ ਨੂੰ ਲਾਈਕ ਕਰਿਓ, ਕਲਾਮ ਨੂੰ ਸ਼ੇਅਰ ਕਰਿਓ, ਬੈਲ ਦਾ ਬਟਨ ਦਬਾਇਓ ਤਾਂ ਕਿ ਖੁਦਾ ਦਾ ਕਲਾਮ ਸਾਡੇ ਤੱਕ ਪਹੁੰਚਦਾ ਰਹੇ, ਅਸੀਂ ਸੁਣੀਏ ਤੇ ਬਰਕਤ ਪਾਈਏ। ਸੋ ਖੁਦਾ ਤੈਨੂੰ ਬਰਕਤ ਦੇਵੇ।